ਵਾਹਿਗੁਰੂ ਸਾਹਿਬ ਜੀ। ਗੁਰੂ ਗੁਰੂ ਗੁਰ ਕਰ ਮਨ ਮੇਰੇ, ਤਰਨ ਤਰਨ ਸਮਰੱਥ ਕਲ ਜੁਗ ਸੁਣਤ ਸਮਾਧ ਸ਼ਬਦ ਜਿਸ ਕੀਰੇ। ਗੁਰੂ ਗੁਰੂ ਗੁਰ ਕਰ ਮਨ ਮੇਰੇ, ਤਰਨ ਤਰਨ ਸਮਰੱਥ ਕਲ ਜੁਗ ਸੁਣਤ ਸਮਾਧ ਸ਼ਬਦ ਜਿਸ ਕੀਰੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਿਫਤ ਕਰਦੇ ਹਾਂ। ਪਟ ਸਾਹਿਬਾਨ ਉਚਾਰਨ ਕਰਦੇ ਹੈ, ਗੁਰੂ ਗੁਰੂ ਗੁਰ ਕਰ ਮਨ ਮੇਰੇ। ਐ ਮੇਰੇ ਮਨ, ਗੁਰ ਪੂਜਨੀਕ ਵਾਹਿਗੁਰੂ ਪਰਮਾਤਮਾ ਦਾ ਸਰੂਪ ਜੋ ਗੁਰੂ ਸਾਹਿਬ ਜੀ ਹਨ, ਉਹਨਾਂ ਨੂੰ ਗੁਰੂ ਧਾਰਨ ਕਰ। ਅਥਵਾ ਐ ਮੇਰੇ ਮਨ, ਸਦਾ ਹੀ ਗੁਰੂ ਗੁਰੂ ਕਰਿਆ ਕਰ, ਗੁਰੂ ਦਾ ਨਾਮ ਜਪਿਆ ਕਰ। ਤਰਨ ਤਰਨ ਸਮਰੱਥ ਕਲ ਜੁਗ ਸੁਣਤ ਸਮਾਧ ਸ਼ਬਦ ਜਿਸ ਕੀਰੇ। ਸੋ ਤਾਰਨ ਸ਼ਬਦ ਪਹਿਲਾਂ ਹੈ, ਤਾਰਨ ਤਰਨ ਸਮਰੱਥ ਕਲ ਯੁਗ। ਸੋ ਇੱਥੇ ਸਮੱਥ ਪਾਠ ਵੀ ਹੁੰਦਾ ਹੈ, ਰਹੋ ਵਿਚਾਰ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਮਰੱਥ ਗੁਰੂ ਹਨ। ਅਥਵਾ ਤਾਰਨ ਤਰਨ ਸਮਰੱਥ ਕਲ ਯੁਗ ਸੁਨਤ ਸਮਾਧ ਸ਼ਬਦ ਜਿਸ ਕੇਰੇ। ਐ ਮਨਾ, ਕਲਯੁਗ ਵਿੱਚ ਸੰਸਾਰ ਤੋਂ ਤਾਰਨ ਵਾਸਤੇ ਗੁਰੂ ਸਾਹਿਬ ਜੀ ਸਮਰੱਥ ਤਰਨ ਜਹਾਜ਼ ਰੂਪ ਹਨ। ਸੁਨਤ ਸਮਾਧ ਸ਼ਬਦ ਜਿਸ ਕੇਰੇ, ਜਿਸ ਗੁਰੂ ਦੇ ਸ਼ਬਦ ਉਪਦੇਸ਼ ਨੂੰ ਸੁਣਦਿਆਂ ਹੋਇਆਂ ਸਮਾਧੀ ਵਿੱਚ ਲੀਨ ਹੋ ਜਾਈਦਾ ਹੈ। ਨਿਰਵਿਕਲਪ ਸਮਾਧੀ ਲੱਗ ਜਾਂਦੀ ਹੈ ਗੁਰੂ ਦਾ ਉਪਦੇਸ਼ ਸੁਣਦਿਆਂ ਹੋਇਆਂ। ਹੁਣ ਦੱਖਣ ਨਾਥ ਸੁਦਿਆਦਿਕ ਸੂਰੋ, ਸੁਖਦਾਇਕ ਸੂਰੋ। ਫੁਨ ਦੁਖਨ ਨਾਸ ਸੁਖਦਾਇਕ ਸੂਰੋ, ਜੋ ਧਰਤ ਧਿਆਨ ਬਸਤ ਤਿਹ ਨੇਰੇ। ਗੁਰੂ ਸਾਹਿਬ ਜੀ ਪੁਨ੍ਹਾਂ ਦੁੱਖਾਂ ਦੇ ਨਾਸ਼ ਕਰਨ ਵਾਲੇ ਨੇ, ਜਨਮ ਮਰਨ ਦੇ ਦੁੱਖ ਨੂੰ ਦੂਰ ਕਰਨ ਵਾਲੇ ਹੈ, ਸਾਰੇ ਦੁੱਖਾਂ ਦੇ ਨਿਵਰਤ ਕਰਨ ਵਾਲੇ ਹੈ। ਸੁਖਦਾਇਕ, ਸੁੱਖਾਂ ਦੇ ਦਾਇਕ ਦੇਣ ਵਾਲੇ ਹੈ। ਆਤਮ ਸੁਖ ਦੀ ਦਾਤ ਸਤਿਗੁਰੂ ਸਾਹਿਬ ਜੀ ਬਖਸ਼ਦੇ ਹੈ। ਸੂਰੋ, ਵੱਡੇ ਸੂਰਮੇ ਹਨ ਸਤਿਗੁਰੂ ਪਾਤਸ਼ਾਹ ਜੀ। ਕਾਲ ਨੂੰ ਮਾਰਨ ਵਾਲੇ ਸੂਰਮੇ ਹੈ। ਅਥਵਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੇ ਵਿਕਾਰ ਨੇ, ਇਹਨਾਂ ਨੂੰ ਖਤਮ ਕਰ ਦੇਣ ਵਾਲੇ, ਹਰਾ ਦੇਣ ਵਾਲੇ ਸੂਰਮੇ ਹਨ ਗੁਰੂ ਸਾਹਿਬ ਜੀ। ਜੋ ਧਰਤ ਧਿਆਨ ਬਸਤ ਤਿਹ ਨੇਰੇ। ਜਿਹੜਾ ਵੀ ਮਨੁੱਖ ਸਤਿਗੁਰੂ ਪਾਤਸ਼ਾਹ ਜੀ ਦੇ ਧਿਆਨ ਨੂੰ ਧਾਰਦਾ ਹੈ, ਸੱਚੇ ਪਾਤਸ਼ਾਹ ਜੀ ਉਹਦੇ ਨੇੜੇ ਅੰਗ ਸੰਗ ਵਸਦੇ ਹੈ। ਜਿਵੇਂ ਸਾਧ ਸੰਗਤ ਆਪ ਜੀ ਤਵਾਰੀਖ ਪੜ੍ਹਦੇ ਹੋ, ਭਾਈ ਗੋਂਦਾ ਕਾਬਲ ਦੇ ਵਿੱਚ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਬੈਠ ਗਿਆ। ਇੱਧਰ ਸਤਿਗੁਰੂ ਹਰਿ ਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਸੁਸ਼ੋਭਿਤ ਸਨ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਕਰਕੇ ਬੈਠਾ ਮਹਾਰਾਜ ਵੀ ਇੱਧਰ ਇਕਾਂਤ ਟਿਕ ਕਰਕੇ ਬੈਠੇ ਰਹੇ। ਸੋ ਗੁਰੂ ਕੇ ਸਿੱਖ ਨੇ ਆ ਕੇ ਬੇਨਤੀ ਕੀਤੀ, ਲਾਂਗਰੀ ਸਿੱਖ ਨੇ, ਮਹਾਰਾਜ ਪ੍ਰਸ਼ਾਦਾ ਤਿਆਰ ਛਕੋ। ਸਤਿਗੁਰੂ ਮਹਾਰਾਜ ਨੇ ਇਸ਼ਾਰਾ ਕੀਤਾ ਵੀ ਠਹਿਰ ਕੇ। ਦੁਪਹਿਰ ਹੋ ਗਈ, ਫਿਰ ਬੇਨਤੀ ਕੀਤੀ, ਮਹਾਰਾਜ ਕਹਿੰਦੇ ਠਹਿਰ ਜਾਓ। ਸ਼ਾਮਾਂ ਪੈ ਗਈਆਂ। ਸ਼ਾਮ ਵੇਲੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਜੋ ਧਿਆਨ ਕਰਦਿਆਂ ਪਕੜੇ ਸਨ, ਛੱਡੇ। ਫਿਰ ਮਹਾਰਾਜ ਉੱਠੇ। ਪੁੱਛਣ 'ਤੇ ਸਤਿਗੁਰੂ ਹਰਿ ਰਾਏ ਸਾਹਿਬ ਨੇ ਦੱਸਿਆ ਵੀ ਸਿੱਖ ਧਿਆਨ ਕਰਕੇ ਬੈਠਾ ਸੀ ਸਾਡੇ ਚਰਨਾਂ ਨੂੰ ਫੜ ਕੇ, ਸੋ ਉਸ ਦਾ ਧਿਆਨ ਨਾ ਕਿਤੇ ਟੁੱਟ ਜਾਵੇ, ਇਸ ਲਈ ਅਸੀਂ ਇੱਕ ਥਾਂ 'ਤੇ ਇਕਾਗਰ ਹੋ ਕਰਕੇ ਬੈਠੇ ਰਹੇ। ਸੋ ਗੁਰੂ ਸਾਹਿਬ ਦਾ ਜਿਹੜਾ ਧਿਆਨ ਕਰਦਾ ਹੈ, ਜੋ ਧਰਤ ਧਿਆਨ ਬਸਤ ਤਿਹ ਨੇਰੇ, ਜਿਹੜਾ ਵੀ ਧਿਆਨ ਧਾਰਦਾ ਹੈ, ਗੁਰੂ ਸਾਹਿਬ ਜੀ ਉਹਦੇ ਨੇੜੇ ਵਸਦੇ ਹੈ। ਪੁਰਖ ਹਿਰਦੇ ਹਰਿ ਸਿਮਰਤ, ਮੁਖ ਦੇਖਤ ਅਗ ਜਾਏ ਪਰੇ। ਪੂਰਾ ਪੁਰਖ ਗੁਰੂ ਪਾਤਸ਼ਾਹ ਜੀ ਪੂਰਨ ਪੁਰਖ ਦਾ ਸਵਰੂਪ ਹਨ। ਹਿਰਦੈ ਹਰਿ ਸਿਮਰਤ, ਹਰ ਵੇਲੇ ਹਿਰਦੇ ਦੇ ਵਿੱਚ ਗੁਰੂ ਜੀ ਵਾਹਿਗੁਰੂ ਪਰਮਾਤਮਾ ਨੂੰ ਸਿਮਰਦੇ ਰਹਿੰਦੇ ਹੈ।
ਮੁਖ ਦੇਖਤ ਅਗ ਜਾਹੇ ਪਰੇਰੇ। ਐਸੇ ਗੁਰੂ ਸਾਹਿਬ ਜੀ ਦੇ ਪਾਵਨ ਮੁਖ ਦੇ ਦਰਸ਼ਨ ਕੀਤਿਆਂ ਸਾਰੇ ਪਾਪ ਦੂਰ ਹੋ ਜਾਂਦੇ ਹਨ। ਜਾਰ ਬੁੱਧ ਰਿੱਧ ਸਿੱਧ ਜਾਤ, ਗੁਰੂ ਗੁਰੂ ਗੁਰ ਕਰ ਮਨ ਮੇਰੇ। ਐ ਮੇਰੇ ਮਨ, ਜੇ ਤੂੰ ਹਰੀ ਨੂੰ ਪ੍ਰਾਪਤ ਕਰਨ ਵਾਲੀ ਆਤਮ ਵਿਸ਼ੈਣੀ ਬੁੱਧੀ ਚਾਹੁੰਦਾ ਹੈ, ਰਿੱਧੀਆਂ ਸਿੱਧੀਆਂ ਨੂੰ ਚਾਹੁੰਦਾ ਹੈ, ਤਾਂ ਗੁਰੂ ਗੁਰੂ ਕਰਿਆ ਕਰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਰਾਮਦਾਸ ਸਾਹਿਬ ਜੀ। ਇਸ ਤਰ੍ਹਾਂ ਰਸਨਾ ਤੋਂ ਉਚਾਰਿਆ ਕਰ। ਅਥਵਾ ਗੁਰ ਪੂਜਨੀਕ ਵਾਹਿਗੁਰੂ ਪਰਮਾਤਮਾ ਦਾ ਸਵਰੂਪ ਜੋ ਗੁਰੂ ਸਾਹਿਬ ਜੀ ਹਨ, ਉਹਨਾਂ ਨੂੰ ਗੁਰੂ ਧਾਰਨ ਕਰਕੇ ਸਦਾ ਹੀ ਨਾਮ ਜਪਿਆ ਕਰ। ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਅਤੀ ਸੋ ਪਿਆਰ ਪਿਓ ਪਵਨ ਕੀ। ਬੰਚਤ ਰਿਦ ਸਿਧ ਕੋ ਵਿਦ ਮਿਲਾਇਓ। ਸੋ ਇਸ ਤਰ੍ਹਾਂ ਨਹੀਂ, ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਅਗਲਾ ਸ਼ਬਦ ਹੈ ਗਰੂ। ਗਰੂ ਦਾ ਅਰਥ ਹੁੰਦਾ ਬਹੁਤਾ, ਭਾਰੀ। ਸਤਿਗੁਰੂ ਦੀ ਸਿਫਤ ਕਰਦਿਆਂ ਹੋਇਆਂ ਭੱਟ ਜਲਨ ਜੀ ਉਚਾਰਨ ਕਰਦੇ ਹਨ, ਗੁਰੂ ਮੁਖ ਦੇਖ। ਗੁਰੂ ਦੇ ਮੁਖ ਨੂੰ ਦੇਖ ਕੇ, ਗੁਰੂ ਦੇ ਮੁਖ ਦੇ ਦੀਦਾਰ ਕਰਕੇ ਗਰੂ ਸੁਖ ਪਾਇਓ। ਅਸਾਨੇ ਭਾਰੀ ਸੁਖ, ਵੱਡਾ ਸੁਖ ਪਾਇਆ ਹੈ। ਹੁਤੀ ਜੋ ਪਿਆਸ ਪਿਊਸ ਪਿਵੰਨ ਕੀ। ਸੋ ਜਿਹੜੀ ਪਿਆਸ ਸੀ ਅੰਮ੍ਰਿਤ ਪੀਣ ਦੀ, ਅੰਮ੍ਰਿਤ ਨੂੰ ਪੀਣ ਦੀ ਜੋ ਬਹੁਤੀ ਪਿਆਸ ਸੀ ਸਾਡੇ ਮਨ ਦੇ ਵਿੱਚ, ਬੰਛਤ ਸਿੱਧ ਕਉ ਬਿਦ ਮਿਲਾਇਓ। ਜੋ ਅਸੀਂ ਚਾਹੁੰਦੇ ਸੀ, ਗੁਰੂ ਦੀ ਪ੍ਰਾਪਤੀ ਰੂਪ ਸਿੱਧੀ ਨੂੰ ਚਾਹੁੰਦੇ ਸੀ, ਵਾਹਿਗੁਰੂ ਨੇ ਕਿਰਪਾ ਕੀਤੀ। ਬਿਦ ਵਿਦਾਤੇ ਫਲਬਰ ਦਾਤੇ ਅਕਾਲ ਪੁਰਖ ਪਰਮਾਤਮਾ ਨੇ ਉਸ ਦੇ ਨਾਲ ਹੀ ਮਿਲਾ ਦਿੱਤਾ। ਜਿਸ ਗੁਰੂ ਦੀ ਪ੍ਰਾਪਤੀ ਰੂਪ ਸਿੱਧੀ ਨੂੰ ਅਸੀਂ ਚਾਹੁੰਦੇ ਸੀ, ਸੋ ਇਸੇ ਹੀ ਤਰ੍ਹਾਂ ਅਥਵਾ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ ਹੈ, ਗੁਰੂ ਰਾਮਦਾਸ ਮਹਾਰਾਜ ਆਪ ਜੀ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਮੁਖ ਦੇ ਦਰਸ਼ਨ ਕਰਕੇ ਗਰੂ ਸੁਖ ਪਾਇਓ, ਭਾਰੀ ਸੁਖ ਨੂੰ ਪਾਉਣਾ ਕੀਤਾ ਹੈ। ਹੁਤੀ ਜੋ ਪਿਆਸ ਪਿਊਸ ਪਿਵੰਨ ਕੀ। ਸੋ ਆਪ ਜੀ ਦੇ ਅੰਦਰ ਜੋ ਅੰਮ੍ਰਿਤ ਨੂੰ ਪੀਣ ਦੀ ਬਹੁਤੀ ਪਿਆਸ ਸੀ, ਬੰਛਤ ਸਿੱਧ ਕਉ ਬਿਦ ਮਿਲਾਇਓ। ਔਰ ਜਿਸ ਸਿੱਧੀ ਸਫਲਤਾ ਨੂੰ ਤੁਸੀਂ ਚਾਹੁੰਦੇ ਸੀ, ਵਿਦਾਤੇ ਪਰਮਾਤਮਾ ਨੇ ਉਹ ਪੂਰੀ ਕਰ ਦਿੱਤੀ, ਗੁਰੂ ਅਮਰਦਾਸ ਜੀ ਦੇ ਨਾਲ ਮਿਲਾ ਦਿੱਤਾ। ਪੂਰਨ ਭਉ ਮਨ ਠਾਰ ਬਸ, ਰਸ ਵਾਸਨ ਸੋ ਜੋ ਦਨ ਦਿਸ ਤਾਇਓ। ਪੂਰਨ ਭਉ ਮਨ ਠੌਰ ਬਸੋ, ਰਸ ਬਾਸਨ ਸਿਓ ਜੋ ਦਹਨ ਦਿਸ ਤਾਇਓ। ਜੋ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਜਿਹੜੇ ਵਿਸ਼ੇ ਨੇ, ਇਹਨਾਂ ਦੇ ਵਿੱਚ ਲੱਗ ਕਰਕੇ ਜਿਹੜਾ ਮਨ ਦਸਾਂ ਹੀ ਪਾਸੀਂ ਦੌੜਦਾ ਸੀ, ਜਿਹੜਾ ਮਨ ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਇਹਨਾਂ ਦਸਾਂ ਦੇ ਵਿਸ਼ੇ ਸੁਖ ਨੂੰ ਪ੍ਰਾਪਤ ਕਰਨ ਵਾਸਤੇ ਦੌੜਦਾ ਸੀ, ਜਦੋਂ ਗੁਰੂ ਜੀ ਦੀ ਸ਼ਰਨ ਵਿੱਚ ਆ ਗਏ, ਗੁਣਾਂ ਦੇ ਨਾਲ ਪੂਰਨ ਹੋ ਕਰਕੇ ਇਹ ਮਨ ਸਰੂਪ ਅਸਥਾਨ, ਸਰੂਪ ਜਗ੍ਹਾ 'ਤੇ ਵਸ ਗਿਆ। ਪੂਰਨ ਭੋ ਮਨ ਠੌਰ ਬਸੋ। ਸੇ ਗੁਣਾਂ ਦੇ ਨਾਲ ਪੂਰਨ ਹੋ ਕਰਕੇ ਇਹ ਮਨ ਤੁਰਿਆ ਅਵਸਥਾ ਰੂਪੀ, ਸਰੂਪ ਰੂਪੀ ਥਾਂ ਦੇ ਵਿੱਚ ਇਸ ਦਾ ਟਿਕਾ ਹੋ ਗਿਆ, ਜਿਹੜਾ ਵਾਸ਼ਨਾਵਾਂ ਦੇ ਪਿੱਛੇ ਲੱਗ ਕੇ ਦਸੀਂ ਪਾਸੀਂ ਦੌੜਦਾ ਸੀ। ਗੋਬਿੰਦਵਾਲ ਗੋਬਿੰਦਪੁਰੀ ਸਮ, ਜਲਨ ਤੀਰ ਵਿਪਾਸ ਬਨਾਇਓ। ਭੱਟ ਜਲਨ ਜੀ ਕਥਨ ਕਰਦੇ ਹੈ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੋਇੰਦਵਾਲ ਨਗਰ ਗੋਬਿੰਦਪੁਰੀ ਸਮ, ਇਹ ਬੈਕੁੰਠਪੁਰੀ ਵਰਗਾ ਬਿਆਸ ਦਰਿਆ ਦੇ ਕੰਢੇ 'ਤੇ ਵਸਾਇਆ ਹੈ, ਬਣਾਇਆ ਹੈ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਆਪ ਜੀ ਨੂੰ ਇਹ ਨਗਰੀ ਵਸਾਉਣ ਵਾਸਤੇ ਭੇਜਿਆ ਸੀ। ਭਾਈ ਗੋਂਦੇ ਨੇ ਆ ਕੇ ਬੇਨਤੀ ਕੀਤੀ ਸੀ,
ਤਾਂ ਸਤਿਗੁਰੂ ਪਾਤਸ਼ਾਹ ਨੇ ਇਹ ਗੋਇੰਦਵਾਲ ਨਗਰ ਵਸਾਇਆ। ਸਤਿਗੁਰੂ ਨੇ ਇੱਥੇ ਬੌਲੀ ਰਚੀ, ਵੱਡੀਆਂ ਰਹਿਮਤਾਂ ਕੀਤੀਆਂ ਔਰ ਗੁਰੂ ਅਮਰਦਾਸ ਮਹਾਰਾਜ ਵੇਲੇ ਸਿੱਖੀ ਪ੍ਰਚਾਰ ਦਾ ਕੇਂਦਰ ਗੋਇੰਦਵਾਲ ਸਾਹਿਬ ਦੀ ਧਰਤੀ ਰਹੀ ਹੈ। ਸੋ ਭੱਟ ਜਲਨ ਜੀ ਕਥਨ ਕਰਦੇ ਹੈ, ਗੋਬਿੰਦਪੁਰੀ ਸਮ, ਗੋਬਿੰਦਪੁਰੀ ਵਰਗਾ, ਬੈਕੁੰਠਪੁਰੀ ਵਰਗਾ ਹੀ ਗੋਇੰਦਵਾਲ ਨਗਰ ਬਿਆਸ ਦਰਿਆ ਦੇ ਕਿਨਾਰੇ 'ਤੇ ਗੁਰੂ ਅਮਰਦਾਸ ਜੀ ਨੇ ਵਸਾਇਆ ਹੈ। ਦੁਖ ਦੂਰ ਬਖਨ ਕੋ ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ। ਗਰੂ ਸੁਖ ਪਾਇਓ, ਗਇਓ ਦੁਖ ਦੂਰ ਬਰਖਨ ਕੋ। ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਆਪ ਜੀ ਨੇ ਜਦੋਂ ਗੁਰੂ ਅਮਰਦਾਸ ਜੀ ਦੇ ਦੀਦਾਰ ਕੀਤੇ, ਵਰ੍ਹਿਆਂ ਦਾ ਦੁੱਖ ਦੂਰ ਹੋ ਗਿਆ। ਗਇਓ ਦੁਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਮੁਖ ਦੇਖ ਕੇ, ਦੀਦਾਰ ਕਰਕੇ ਵੱਡਾ ਸੁਖ ਪਾਇਆ। ਅਥਵਾ ਭੱਟ ਜਲਨ ਜੀ ਕਥਨ ਕਰਦੇ ਹੈ ਵੀ ਅਸੀਂ ਇੱਧਰ ਉੱਧਰ ਭਟਕਦੇ ਫਿਰਦੇ ਸੀ ਆਤਮ ਸੁਖ ਦੀ ਭਾਲ ਦੇ ਵਿੱਚ। ਸੱਚੇ ਪਾਤਸ਼ਾਹ ਜਦੋਂ ਆਪ ਜੀ ਦੇ ਆ ਕੇ ਦੀਦਾਰ ਕੀਤੇ ਹੈ ਤਾਂ ਮਹਾਰਾਜ ਵਰੇ ਦਾ ਦੁੱਖ ਦੂਰ ਹੋ ਗਿਆ। ਗੁਰੂ ਦਾ ਮੁਖ ਤੱਕ ਕੇ ਵੱਡਾ ਸੁਖ ਪਾਇਆ ਹੈ। ਸਮਰੱਥ ਗੁਰੂ ਸਿਰ ਹੱਥ ਧਰਿਓ। ਹੁਣ ਅੱਗੇ ਸੋ ਇਸੇ ਹੀ ਤਰ੍ਹਾਂ ਭੱਟ ਦਾਸ ਜੀ ਕਥਨ ਕਰਦੇ ਹੈ। ਦਾਸ ਭੱਟ ਦਾ ਨਾਮ ਹੈ ਸਾਧ ਸੰਗਤ। ਸਮਰੱਥ ਗੁਰੂ ਸਿਰ ਹੱਥ ਧਰਿਓ। ਧੰਨ ਗੁਰੂ ਰਾਮਦਾਸ ਮਹਾਰਾਜ ਸਮਰੱਥ ਗੁਰੂ ਅਮਰਦਾਸ ਜੀ ਨੇ ਆਪ ਜੀ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਿਆ। ਗੁਰ ਕੀਨੀ ਕਿਰਪਾ ਨਾਮ ਦਿਓ, ਜਿਸ ਦੇਖ ਤਿਰਨ ਅਗਨ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕਰਕੇ ਆਪ ਜੀ ਨੂੰ ਹਰੀ ਨਾਮ ਦੀ ਬਖਸ਼ਿਸ਼ ਕੀਤੀ। ਜਿਸ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਦਰਸ਼ਨ ਕਰਕੇ, ਚਰਨਾਂ ਨੂੰ ਸਪਰਸ਼ ਕਰਕੇ ਪਾਪ ਨਾਸ਼ ਹੋ ਜਾਂਦੇ ਹੈ। ਨਿਸਵਾਸਰ ਕੇ ਏਕ ਸਮਾਨ, ਧਿਆਨ ਸੁਵਰ ਨਾਮ ਸੁਣੈ ਸਤ ਭਾਨ ਡਰਾਇਓ। ਹਰ ਨਾਮ, ਹਰ ਸ਼ਬਦ ਹੈਗਾ ਦੇਖਿਓ। ਨਿਸਬਾਸੁਰ ਏਕ ਸਮਾਨ, ਧਿਆਨ ਸੋ ਨਾਮ ਸੁਣੈ ਸੁਤ ਭਾਨ ਡਰਾਇਓ। ਡਰਾਇਓ ਨਹੀਂ, ਡਰਿਓ। ਭੱਟ ਦਾਸ ਜੀ ਕਥਨ ਕਰਦੇ ਹੈ, ਨਿਸਬਾਸੁਰ ਏਕ ਸਮਾਨ ਧਿਆਨ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਿਨੇ ਰਾਤ ਇੱਕ ਵਾਹਿਗੁਰੂ ਪਰਮਾਤਮਾ ਦੇ ਵਿੱਚ ਨਿਰੰਤਰ ਧਿਆਨ ਲਾ ਕੇ ਰੱਖਦੇ ਹੈ। ਜਿਸ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਮ ਨੂੰ ਸੁਣ ਕੇ ਸੁਤ ਭਾਨ ਡਰਿਓ। ਸੁਤ ਭਾਨ, ਸੁਤ ਮੈਨੇ ਪੁੱਤਰ, ਭਾਨ ਮੈਨੇ ਸੂਰਜ। ਸੂਰਜ ਦਾ ਪੁੱਤਰ ਜੋ ਧਰਮਰਾਜ ਹੈ ਉਹ ਵੀ ਡਰਦਾ ਹੈ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਆਪ ਜੀ ਸੁਸ਼ੋਭਿਤ ਹਨ, ਇੱਕ ਵਾਰ ਇੱਕ ਮਾਈ ਦਾ ਪੁੱਤਰ ਚੜ੍ਹਾਈ ਕਰ ਗਿਆ, ਉਸ ਦੇ ਰੋਣ ਦੀ ਆਵਾਜ਼ ਪਈ ਸਤਿਗੁਰੂ ਅਮਰਦਾਸ ਜੀ ਦੇ ਕੰਨੀ। ਪੁੱਛਿਆ, ਭਾਈ ਬੱਲੂ ਨੇ ਦੱਸਿਆ, ਮਹਾਰਾਜ ਇੱਕ ਮਾਤਾ ਦਾ ਪੁੱਤਰ ਕਾਲਵਸ ਹੋ ਗਿਆ, ਉਹ ਦੁਖੀ ਹੋਈ ਰੋਂਦੀ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤਾ ਵੀ ਜਿੰਨਾ ਚਿਰ ਅਸੀਂ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਰਹਾਂਗੇ, ਸੋ ਕਿਸੇ ਵੀ ਮਾਂ ਬਾਪ ਦਾ ਪੁੱਤਰ ਉਹਦੇ ਸਾਹਮਣੇ ਚੜ੍ਹਾਈ ਨਹੀਂ ਕਰੇਗਾ। ਐਸਾ ਸਤਿਗੁਰੂ ਦਾ ਦਿਆਲੂ ਹਿਰਦਾ ਸੀ। 22 ਸਾਲ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ 'ਤੇ ਸੁਸ਼ੋਭਿਤ ਰਹੇ ਹੈ ਔਰ ਤਵਾਰੀਖ ਇਸ ਗੱਲ ਦੀ ਗਵਾਹੀ ਭਰਦੀ ਹੈ ਵੀ ਉਹਨਾਂ ਚਿਰ ਕਾਲ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਨਹੀਂ ਵੜਿਆ। ਰੋਗਾਂ ਨੂੰ ਵੀ ਸਤਿਗੁਰੂ ਨੇ ਦੂਰ ਕਰ ਦਿੱਤਾ। ਸੋ ਨਿਸਬਾਸੁਰ ਏਕ ਸਮਾਨ ਧਿਆਨ, ਸੋ ਨਾਮ ਸੁਨੇ ਸੁਤ ਭਾਨ ਡਰਿਓ। ਗੁਰੂ ਅਮਰਦਾਸ ਜੀ ਦਾ ਨਾਮ ਸੁਣ ਕੇ ਸੂਰਜ ਦਾ ਪੁੱਤਰ ਜਮਰਾਜ ਵੀ ਡਰਦਾ ਹੈ। ਅਨਦਾਸ ਸੁਆਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ। ਭੱਟ ਦਾਸ ਜੀ ਕਥਨ ਕਰਦੇ ਹੈ, ਧੰਨ ਗੁਰੂ ਰਾਮਦਾਸ ਜੀ ਆਪ ਜੀ ਦੇ ਹਿਰਦੇ ਦੇ ਵਿੱਚ ਸਦਾ ਹੀ ਗੁਰੂ ਅਮਰਦਾਸ ਜੀ ਦੀ ਆਸ ਲੱਗੀ ਰਹਿੰਦੀ ਹੈ। ਪਾਰਸ ਭੇਟ ਪਰਸ ਕਰਿਓ। ਪਾਰਸ ਰੂਪ ਗੁਰੂ ਅਮਰਦਾਸ ਜੀ ਨੂੰ ਮਿਲ ਕੇ ਗੁਰੂ ਅਮਰਦਾਸ ਜੀ ਨੇ ਆਪ ਜੀ ਨੂੰ ਵੀ ਪਾਰਸ ਬਣਾ ਦਿੱਤਾ। ਰਾਮਦਾਸ ਗੁਰੂ ਹਰਿ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਸਮਰੱਥ ਗੁਰੂ ਅਮਰਦਾਸ ਜੀ ਨੇ ਆਪ ਜੀ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਿਆ
ਔਰ ਆਪ ਜੀ ਨੂੰ ਹਰ ਸਤ ਕੀਓ। ਸਤ ਅਵਿਨਾਸ਼ੀ ਹਰੀ ਪਰਮਾਤਮਾ ਦਾ ਸਵਰੂਪ ਕਰ ਦਿੱਤਾ, ਸੱਚੇ ਹਰੀ ਵਾਹਿਗੁਰੂ ਜੀ ਦਾ ਹੀ ਸਵਰੂਪ ਕਰ ਦਿੱਤਾ। ਅਬ ਰਾਖਹੁ ਦਾਸ ਭਾਟ ਕੀ ਲਾਜ। ਭੱਟ ਦਾਸ ਜੀ ਕਥਨ ਕਰਦੇ ਹਨ, ਹੇ ਗੁਰੂ ਰਾਮਦਾਸ ਮਹਾਰਾਜ, ਹੁਣ ਕਿਰਪਾ ਕਰਕੇ ਮੇਰੀ ਪਤ ਇੱਜ਼ਤ ਰੱਖੋ। ਜੈਸੀ ਰਾਖੀ ਲਾਜ ਭਗਤ ਪ੍ਰਹਲਾਦ ਕੀ, ਹਰ ਨਾਕ ਸਫਾਰੇ ਕਾ ਆਜ। ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਜਿਸ ਤਰ੍ਹਾਂ ਆਪ ਜੀ ਨੇ ਭਗਤ ਪ੍ਰਹਿਲਾਦ ਦੀ ਇੱਜ਼ਤ ਪਤ ਰੱਖੀ। ਹਰਨਾਖ ਸਫਾਰੇ ਕਰ ਆਜ। ਕਰ ਕਹਿੰਦੇ ਨਹੁੰਆਂ ਨੂੰ, ਹੱਥ ਜਿਹੜੇ ਹੁੰਦੇ ਆ, ਕਰ ਹੱਥ, ਹੱਥਾਂ ਦੇ ਵਿੱਚ ਜੋ ਨਹੁੰ ਪੈਦਾ ਹੁੰਦੇ ਹੈ ਆਜ। ਜਿਸ ਤਰ੍ਹਾਂ ਆਪ ਜੀ ਨੇ ਭਗਤ ਪ੍ਰਹਿਲਾਦ ਦੀ ਇੱਜ਼ਤ ਰੱਖੀ ਔਰ ਹਰਨਾਕਸ਼ ਨੂੰ ਹੱਥਾਂ ਦੇ ਨਹੁੰਆਂ ਦੇ ਨਾਲ ਉਹਦਾ ਪੇਟ ਪਾੜ ਕੇ ਖਤਮ ਕਰ ਦਿੱਤਾ, ਕਿਉਂਕਿ ਉਸਨੇ ਬ੍ਰਹਮੇ ਤੋਂ ਵਰ ਲਏ ਹੋਏ ਸਨ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਕੋਈ ਮੈਨੂੰ ਮਨੁੱਖ ਜਾਤੀ ਵਿੱਚੋਂ, ਨਾ ਪਸ਼ੂ ਜਾਤੀ ਵਿੱਚੋਂ। 84 ਲੱਖ ਜੂਨ ਦੇ ਜਿਹੜੇ ਜੀਵ ਨੇ, ਇਹਨਾਂ ਵਿੱਚੋਂ ਕੋਈ ਵੀ ਨਾ ਮਾਰੇ, ਨਾ ਸ਼ਸਤਰ ਦੇ ਨਾਲ, ਨਾ ਅਸਤਰ ਨਾਲ ਮੇਰੀ ਮੌਤ ਹੋਵੇ। ਸੋ ਇਸ ਤਰ੍ਹਾਂ ਵਰ ਲਏ ਹੋਏ ਸੀ, ਉਹਦੇ ਵਰ ਵੀ ਸਾਰੇ ਪੂਰੇ ਕਰ ਦਿੱਤੇ। ਨਰਸਿੰਘ ਰੂਪ ਧਾਰ ਕੇ ਵਾਹਿਗੁਰੂ ਨੇ ਹਰਨਾਕਸ਼ ਨੂੰ ਫੜ ਕੇ ਆਪਣੇ ਗੋਡਿਆਂ ਦੇ ਉੱਤੇ ਰੱਖ ਲਿਆ, ਪੱਟਾਂ ਦੇ ਉੱਤੇ, ਔਰ ਫਿਰ ਕਿਹਾ ਵੀ ਵੇਖ ਹੁਣ ਜ਼ਮੀਨ 'ਤੇ ਐ ਕਿ ਆਕਾਸ਼ 'ਤੇ ਐ। ਕਹਿੰਦਾ ਨਾ ਜ਼ਮੀਨ 'ਤੇ ਨਾ ਆਕਾਸ਼ 'ਤੇ, ਤੁਹਾਡੇ ਗੋਡਿਆਂ ਦੇ ਉੱਤੇ ਹਾਂ। ਅੰਦਰ ਐ ਕਿ ਬਾਹਰ ਐ, ਨਾ ਅੰਦਰ ਨਾ ਬਾਹਰ, ਦਰਵਾਜ਼ੇ ਦੇ ਵਿੱਚ ਐ। ਦਿਨ ਹੈ ਕਿ ਰਾਤ, ਨਾ ਦਿਨ ਸੀ ਨਾ ਰਾਤ ਸੀ, ਸੂਰਜ ਛਿਪ ਰਿਹਾ ਸੀ, ਦਿਨ ਅਤੇ ਰਾਤ ਦਾ ਮਿਲਾਪ ਸੀ। ਔਰ ਇਸੇ ਤਰ੍ਹਾਂ ਕਿਹਾ ਵੇਖ ਮੇਰੇ ਵੱਲ, ਮਨੁੱਖ ਹਾਂ ਜਾਂ ਪਸ਼ੂ, 84 ਲੱਖ ਜੂਨ ਦੇ ਵਿੱਚੋਂ ਕੌਣ ਹਾਂ ਮੈਂ? 84 ਲੱਖ ਜੂਨ ਵਿੱਚੋਂ ਕੋਈ ਰੂਪ ਨਹੀਂ ਸੀ। ਨਰਸਿੰਘ ਸਰੀਰ ਮਨੁੱਖ ਦਾ, ਸਿਰ ਜਿਹੜਾ ਸੀ ਉਹ ਸ਼ੇਰ ਦਾ ਸੀ। ਔਰ ਨਾਲ ਹੀ ਬਚਨ ਕਹੇ ਵੀ ਵੇਖ ਆ ਜਿਹੜੇ ਨਹੁੰ ਨੇ ਤਿੱਖੇ, ਇਹ ਸ਼ਸਤਰ ਵਿੱਚ ਆਉਂਦੇ ਕਿ ਅਸਤਰ ਵਿੱਚ? ਨਾ ਇਹ ਸ਼ਸਤਰ ਵਿੱਚ ਆਉਂਦੇ, ਨਾ ਅਸਤਰ ਵਿੱਚ ਆਉਂਦੇ। ਸ਼ਸਤਰ ਉਹ ਹੁੰਦਾ ਜਿਹਨੂੰ ਹੱਥ ਵਿੱਚ ਫੜ ਕੇ ਵਾਰ ਕੀਤਾ ਜਾਂਦਾ, ਜਿਵੇਂ ਤਲਵਾਰ ਹੈ, ਕਟਾਰ ਹੈ। ਅਸਤਰ ਉਹ ਹੁੰਦਾ ਜਿਹੜਾ ਦੂਰੋਂ ਚਲਾਇਆ ਜਾਂਦਾ, ਜਿਵੇਂ ਤੀਰ ਹੈ, ਗੋਲੀ ਹੈ, ਉਹਨੂੰ ਅਸਤਰ ਕਹਿੰਦੇ ਹੈ। ਇਹ ਨਹੁੰ ਨਾ ਸ਼ਸਤਰ ਨੇ ਨਾ ਅਸਤਰ ਨੇ। ਇਹਨਾਂ ਕਹਿੰਦਿਆਂ ਵੀ ਤੇਰੇ ਵਰ ਸਾਰੇ ਪੂਰੇ ਨੇ, ਉਹਦਾ ਪੇਟ ਪਾੜ ਦਿੱਤਾ, ਹਰਨਾਕਸ਼ ਨੂੰ ਮਾਰ ਦਿੱਤਾ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਸੋ ਭੱਟ ਦਾਸ ਜੀ ਕਥਨ ਕਰਦੇ ਸੱਚੇ ਪਾਤਸ਼ਾਹ, ਜਿਵੇਂ ਆਪ ਨੇ ਭਗਤ ਪ੍ਰਹਿਲਾਦ ਦੀ ਪਤ ਇੱਜ਼ਤ ਰੱਖੀ, ਹਰਨਾਕਸ਼ ਨੂੰ ਹੱਥਾਂ ਦੇ ਨਹੁੰਆਂ ਦੇ ਨਾਲ ਮਾਰ ਦਿੱਤਾ, ਇਸ ਤਰ੍ਹਾਂ ਮੇਰੀ ਪਤ ਰੱਖੋ। ਹੁਣ ਦ੍ਰੋਪਦੀ ਲਾਜ ਰੱਖੀ, ਹਰ ਪ੍ਰਭ ਜੀ ਸੀਨਤ ਬਸਤਰ ਦੀਨ ਬਹੁ ਸਾਧ। ਫਿਰ ਹੇ ਹਰੀ ਪਰਮਾਤਮਾ ਜੀ, ਆਪ ਜੀ ਨੇ ਦ੍ਰੋਪਦੀ ਦੀ ਲਾਜ ਰੱਖੀ। 5 ਪਾਂਡਵਾਂ ਦੀ ਘਰਵਾਲੀ ਸੀ ਦ੍ਰੋਪਦੀ, ਰਾਜੇ ਦ੍ਰੁਪਦ ਦੀ ਪੁੱਤਰੀ ਸੀ। ਇਸ ਨੂੰ ਪੰਚਾਲੀ ਵੀ ਕਹਿੰਦੇ ਹੈ। ਇੱਕ ਤਾਂ 5 ਦੀ ਘਰਵਾਲੀ ਸੀ ਤਾਂ ਪੰਚਾਲੀ, ਦੂਜਾ ਇਹ ਪੰਚਾਲ ਦੇਸ਼ ਦੀ ਰਾਜ ਕੰਨਿਆ ਸੀ। ਹਿਮਾਲय ਤੋਂ ਲੈ ਕੇ ਕਾਂਗੜੇ ਤੱਕ ਦਾ ਦੇਸ਼ ਪੰਚਾਲ ਦੇਸ਼ ਕਹਾਉਂਦਾ ਸੀ, ਉੱਥੋਂ ਦੀ ਰਾਜ ਕੰਨਿਆ ਸੀ। ਇਸ ਦੇ ਪਿਤਾ ਨੇ ਇਹਨੂੰ ਵਰਨ ਵਾਸਤੇ ਸਵਯੰਬਰ ਰਚਿਆ। ਉਹਦੇ ਵਿੱਚ ਵੱਡਾ ਕੋਈ ਧਨੁਸ਼ਧਾਰੀ ਤੀਰ ਅੰਦਾਜ਼ ਜਿਹੜਾ ਮੱਛੀ ਦੀ ਅੱਖ ਦੇ ਵਿੱਚ ਨਿਸ਼ਾਨਾ ਲਾ ਦੇਵੇ, ਉਹ ਵੀ ਮੱਛੀ ਉੱਤੇ ਟੰਗੀ ਸੀ, ਹੇਠਾਂ ਤੇਲ ਦੀ ਕੜਾਹੀ ਸੀ। ਉਹ ਤੇਲ ਦੀ ਕੜਾਹੀ ਵਿੱਚ ਦੇਖ ਕੇ ਧਨੁਸ਼ ਉੱਤੇ ਨੂੰ ਕਰਕੇ ਤੀਰ ਚਲਾ ਕੇ ਅਤੇ ਫਿਰ ਮੱਛੀ ਦੀ ਅੱਖ ਵਿੱਚ ਤੀਰ ਮਾਰਨਾ ਸੀ। ਅਰਜਨ ਨੇ ਇਹ ਕੰਮ ਕਰ ਦਿੱਤਾ। ਉਹ ਦ੍ਰੋਪਦੀ ਨੂੰ ਲੈ ਆਇਆ, 5 ਦੀ ਘਰਵਾਲੀ ਬਣੀ। ਸੋ ਇਹ ਕਥਾ ਬੜੀ ਲੰਮੀ ਚੌੜੀ ਹੈ। ਅਖੀਰ ਜਦੋਂ ਜੂਆ ਖੇਡਿਆ ਤਾਂ ਦ੍ਰੋਪਦੀ ਨੂੰ ਵੀ ਪਾਂਡਵ ਹਾਰ ਗਏ। ਜਿਹੜਾ ਦੁਰਯੋਧਨ ਸੀ ਉਸਨੇ ਦ੍ਰੋਪਦੀ ਦੀ ਬੇਇੱਜ਼ਤੀ ਕਰਨੀ ਚਾਹੀ ਭਰੀ ਸਭਾ ਦੇ ਵਿੱਚ, ਤਾਂ ਫਿਰ ਜਿਹੜਾ ਦੁਸ਼ਾਸਨ ਸੀ ਉਹਨੂੰ ਭੇਜਿਆ। ਭਾਈ ਗੁਰਦਾਸ ਦੇ ਸ਼ਬਦ ਨੇ, ਮੱਥੇ ਵਾਲ ਦ੍ਰੋਪਦੀ ਆਂਦੀ, ਸਿਰ ਦੇ ਵਾਲਾਂ ਤੋਂ ਫੜ ਕੇ ਦ੍ਰੋਪਦੀ ਨੂੰ ਧੂ ਕੇ ਸਭਾ ਦੇ ਵਿੱਚ ਲਿਆਂਦਾ। 5 ਪਾਂਡਵ ਦੇਖਦੇ ਪਏ ਸਨ। ਜਦੋਂ ਵੇਖਿਆ ਦ੍ਰੋਪਦੀ ਨੇ
ਤੇ ਚੀਰ ਹਰਨ ਦਾ ਹੁਕਮ ਦਿੱਤਾ ਦੁਰਯੋਧਨ ਨੇ ਵੀ ਇਹਨੇ ਜਿਹੜੀ ਸਾੜੀ ਲਾਈ ਹੈ ਇਸ ਦੀ ਉਤਾਰ ਦਿੱਤੀ ਜਾਵੇ, ਇਸ ਨੂੰ ਨਗਨ ਕਰ ਦਿੱਤਾ ਜਾਵੇ। ਉਦੋਂ ਫਿਰ ਉਸ ਵੇਲੇ ਜਦੋਂ ਵੇਖਿਆ ਵੀ ਹੁਣ ਕੋਈ ਮੇਰੀ ਇੱਜ਼ਤ ਨੂੰ ਬਚਾਉਣ ਵਾਲਾ ਨਹੀਂ, ਸ੍ਰੀ ਕ੍ਰਿਸ਼ਨ ਜੀ ਦਾ ਧਿਆਨ ਧਰਿਆ ਦ੍ਰੋਪਦੀ ਨੇ, ਔਰ ਦ੍ਰੋਪਦੀ ਦੀ ਪਤ ਇੱਜ਼ਤ ਰਹਿ ਗਈ। ਉਹਦੇ ਤਨ ਦੀ ਜਿਹੜੀ ਸਾੜੀ ਸੀ ਉਹ ਵੱਧਦੀ ਗਈ। ਦੁਸ਼ਟ ਬਸਤਰ ਨੂੰ ਖਿੱਚਦੇ ਰਹੇ, ਅੰਬਾਰ ਲੱਗ ਗਏ ਚਾਰੇ ਪਾਸੇ, ਤੇ ਉਸ ਦੀ ਪਤ ਇੱਜ਼ਤ ਰਹੀ। ਉਹਦਾ ਸਤਿਗੁਰੂ ਪਾਤਸ਼ਾਹ ਜੀ ਜ਼ਿਕਰ ਕਰਦੇ ਨੇ ਭੱਟ ਦਾਸ ਦੀ, ਫੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ। ਹੇ ਪ੍ਰਭੂ ਜੀ, ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਨੇ ਹੀ ਕ੍ਰਿਸ਼ਨ ਰੂਪ ਹੋ ਕਰਕੇ ਦ੍ਰੋਪਦੀ ਦੀ ਲਾਜ ਰੱਖੀ ਸੀ। ਦੋਹ ਸਾਸਨ ਕੀ ਸਭਾ ਦ੍ਰੋਪਦੀ ਅੰਬਰ ਲੇਤ ਉਬਾਰੀ ਅਲੇ, ਬਾਣੀ ਦੇ ਬਚਨ ਨੇ। ਸੋ ਇਸ ਕਰਕੇ ਇੱਕ ਵਾਰ ਦੁਰਵਾਸਾ ਰਿਸ਼ੀ ਨਦੀ ਦੇ ਵਿੱਚ ਇਸ਼ਨਾਨ ਪੈ ਕਰਦੇ ਸਨ ਤਾਂ ਉਹਨਾਂ ਦੀ ਕੁਪੀਨ ਰੁੜ ਗਈ ਤੇ ਬਾਹਰ ਨਹੀਂ ਆਏ। ਤਾਂ ਦ੍ਰੋਪਦੀ ਸੁਭਾਵਕ ਉੱਥੋਂ ਗੁਜ਼ਰ ਰਹੀ ਸੀ, ਉਹਨੇ ਵਸਤਰ ਦਿੱਤਾ ਸੀ ਦ੍ਰੋਪਦੀ ਨੇ ਆਪਣੇ ਕੋਲੋਂ ਸਾਧੂ ਨੂੰ ਨੰਗੇਜ ਢੱਕਣ ਵਾਸਤੇ, ਤੇ ਉਸ ਸਾਧੂ ਨੇ ਬਚਨ ਕੀਤੇ ਸੀ ਦੁਰਵਾਸਾ ਨੇ ਵੀ ਪਰਮਾਤਮਾ ਮਿਹਰ ਕਰੇਗਾ, ਸਦਾ ਹੀ ਤੇਰੀ ਪਤ ਆਬਰੂ ਰਹੇਗੀ, ਔਰ ਇਹ ਵਸਤਰ ਤੂੰ ਸਾਧੂ ਨੂੰ ਦਾਨ ਕੀਤਾ ਹੈ, ਤੈਨੂੰ ਕੋਈ ਨਿਰਵਸਤਰ ਨਹੀਂ ਕਰ ਪਾਏਗਾ। ਤੋ ਉਹਦਾ ਜਿਹੜਾ ਫਲ ਸੀ ਦ੍ਰੋਪਦੀ ਨੂੰ ਮਿਲਿਆ। ਭਰੀ ਸਭਾ ਵਿੱਚ ਦੁਰਯੋਧਨ ਔਰ ਉਹਦੇ ਦੁਸ਼ਟ ਕਰਮਚਾਰੀ ਉਸ ਨੂੰ ਨਿਰਵਸਤਰ ਕਰਨਾ ਚਾਹੁੰਦੇ ਸੀ, ਪਰਮਾਤਮਾ ਨੇ ਪਤ ਇੱਜ਼ਤ ਰੱਖੀ। ਫੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਵਸਤਰ ਦੀਨ ਬਹੁ ਸਾਜ। ਉਹਦੇ ਵਸਤਰਾਂ ਨੂੰ ਖੋਹਿਆ ਜਾ ਰਿਹਾ ਸੀ। ਆਪ ਜੀ ਨੇ ਬਹੁਤਾ ਸਾਜੋ ਸਮਾਨ ਭਾਵ ਬਹੁਤੇ ਵਸਤਰ ਢੇਰ ਵਸਤਰਾਂ ਦੇ ਬਖਸ਼ ਦਿੱਤੇ। ਉਦਾਮਾ ਪਦਾ ਤੇ ਰੱਖਿਆ, ਗਣਕਾ ਪੜਤ ਪੂਰੇ ਤਹਿ ਕਾਜ। ਸੋਦਾਮੇ ਨੂੰ ਆਪ ਜੀ ਨੇ ਆਪਦਾ ਬਿਪਤਾ ਤੋਂ ਬਚਾਇਆ। ਸਾਧ ਸੰਗਤ ਸੋਦਾਮਾ ਜਿਹੜਾ ਸੀ, ਇਹ ਸੁਦਾਮਾ ਭਗਤ ਹੋਇਆ ਹੈ। ਬਚਪਨ ਵਿੱਚ ਸ਼੍ਰੀ ਕ੍ਰਿਸ਼ਨ ਜੀ ਤੇ ਸੁਦਾਮਾ ਇਕੱਠਿਆਂ ਪੜ੍ਹਦੇ ਹੁੰਦੇ ਸੀ। ਸੰਦੀਪਨ ਗੁਰੂ ਸੀ ਇਹਨਾਂ ਦੇ। ਸ੍ਰੀ ਕ੍ਰਿਸ਼ਨ ਜੀ ਤੇ ਸੁਦਾਮਾ ਸੰਦੀਪਨ ਗੁਰੂ ਕੋਲੋਂ ਵਿੱਦਿਆ ਗ੍ਰਹਿਣ ਕਰਦੇ ਸੀ। ਔਰ ਇੱਕ ਵਾਰ ਸੁਦਾਮੇ ਦੀ ਮਾਤਾ ਨੇ ਕੁਝ ਭੁੱਜੇ ਹੋਏ ਛੋਲੇ ਦਿੱਤੇ ਸੁਦਾਮੇ ਨੂੰ ਖਾਣ ਵਾਸਤੇ। ਸੁਭਾਵਕ ਉਸੇ ਹੀ ਦਿਨ ਸੰਦੀਪਨ ਮੁਨੀ ਨੇ ਕਿਹਾ ਵੀ ਜਾਓ ਹਵਨ ਕਰਨ ਵਾਸਤੇ ਜੰਗਲ ਵਿੱਚੋਂ ਲੱਕੜਾਂ ਲੈ ਕੇ ਆਓ। ਤਾਂ ਬੜਾ ਇਹਨਾਂ ਦੋਹਾਂ ਦਾ ਪਿਆਰ ਸੀ ਬਚਪਨ ਵਿੱਚ ਕ੍ਰਿਸ਼ਨ ਜੀ ਦਾ ਤੇ ਸੁਦਾਮੇ ਦਾ। ਦੋਵੇਂ ਇਕੱਠੇ ਗਏ ਜੰਗਲ ਵਿੱਚ। ਰੱਬ ਦੀ ਦੇਵ ਨੇ ਮੌਸਮ ਖਰਾਬ ਹੋ ਗਿਆ, ਤੇਜ਼ ਹਵਾਵਾਂ ਚੱਲੀਆਂ, ਮੀਂਹ ਆਉਣ ਲੱਗ ਪਿਆ, ਠੰਡ ਜ਼ਿਆਦਾ ਹੋ ਗਈ। ਤਾਂ ਇਹ ਸੁਦਾਮਾ ਇੱਕ ਰੁੱਖ ਦੇ ਨਾਲ ਲੱਗ ਕਰਕੇ ਢੋ ਲਾ ਕੇ ਬੈਠ ਗਿਆ ਔਰ ਉੱਤੇ ਬਸਤਰ ਲਿਆ ਹੋਇਆ। ਭੁੱਖ ਲੱਗੀ ਤੇਜ਼ ਤੇ ਛੋਲੇ ਕੱਢ ਕੇ ਖਾਈ ਜਾਵੇ। ਆਵਾਜ਼ ਆਈ ਤਾਂ ਕ੍ਰਿਸ਼ਨ ਜੀ ਨੇ ਪੁੱਛਿਆ ਕੀ ਖਾ ਰਿਹਾ? ਕਹਿੰਦਾ ਕੁਛ ਨਹੀਂ, ਇਹ ਠੰਡ ਜ਼ਿਆਦਾ, ਮੇਰੇ ਤਾਂ ਦੰਦੋ ਡਿੱਕੇ ਵੱਜਦੇ ਪਏ ਹੈ। ਉਦੋਂ ਕ੍ਰਿਸ਼ਨ ਜੀ ਨੇ ਕਿਹਾ ਵੀ ਉਹ ਦਲਿੱਦਰੀ ਹੈ ਤੂੰ, ਵੀ ਆਹ ਛੋਲਿਆਂ ਦੀ ਖਾਤਰ ਤੂੰ ਝੂਠ ਬੋਲਿਆ, ਨਾਲੇ ਖਾ ਰਿਹਾ ਸਾਹਮਣੇ। ਤਾਂ ਉਹ ਬਚਨ ਪੂਰਾ ਹੋਣਾ ਸੀ ਕ੍ਰਿਸ਼ਨ ਜੀ ਦੇ ਮੁਖ ਤੋਂ ਕੀਤਾ ਹੋਇਆ। ਸੰਦੀਪਨ ਗੁਰੂ ਦੇ ਕੋਲੋਂ ਜਦੋਂ ਵਿੱਦਿਆ ਗ੍ਰਹਿਣ ਕਰਕੇ ਆਪੋ ਆਪਣੇ ਘਰੀਂ ਗਏ। ਵਿਦਵਾਨ ਸੀ ਸੁਦਾਮਾ, ਚੰਗਾ ਵੱਡਾ ਵਿਦਵਾਨ ਬ੍ਰਾਹਮਣ ਸੀ, ਵਿਦਵਤਾ ਬਹੁਤ ਸੀ। ਘਰਦਿਆਂ ਨੇ ਵਿਆਹ ਕਰ ਦਿੱਤਾ। ਵਿਆਹ ਤੋਂ ਬਾਅਦ ਛੇਤੀ ਹੀ ਮਾਂ ਬਾਪ ਇਹਦੇ ਅਕਾਲ ਚਲਾਣਾ ਕਰ ਗਏ ਤੇ ਬਚਨ ਕ੍ਰਿਸ਼ਨ ਜੀ ਦਾ ਪੂਰਾ ਹੋਣਾ ਸੀ। ਵੇਖਦਿਆਂ ਵੇਖਦਿਆਂ ਘਰ ਦੇ ਵਿੱਚ ਅੱਤ ਦੀ ਗਰੀਬੀ ਆ ਗਈ। ਸੋਨੇ ਨੂੰ ਵੀ ਹੱਥ ਪਾਉਂਦਾ ਤਾਂ ਮਿੱਟੀ ਹੋ ਜਾਂਦਾ। ਉਧਰ ਕ੍ਰਿਸ਼ਨ ਜੀ ਗੋਕਲ ਤੋਂ ਮਥੁਰਾ ਤੇ ਮਥੁਰਾ ਤੋਂ ਦੁਆਰਕਾ ਨਗਰੀ ਵਸਾਈ। ਦੁਆਰਕਾ ਦੇ ਆਪ ਮਹਾਰਾਜੇ ਬਣੇ। ਹੋਰ ਕਈਆਂ ਰਾਜਿਆਂ ਨੇ ਭਾਵੇਂ ਈਰਖਾ ਕੀਤੀ। ਸੋ ਇਹਦੀ ਧਰਮ ਪਤਨੀ ਸੁਸ਼ੀਲਾ ਨੇ ਚੰਗਾ ਸਾਥ ਨਿਭਾਇਆ ਸੁਦਾਮੇ ਦੀ ਧਰਮ ਪਤਨੀ ਨੇ। ਅੱਤ ਦੀ ਗਰੀਬੀ ਆ ਗਈ, ਘਰ ਦੇ ਵਿੱਚ ਰੋਟੀ ਵੀ ਨਾ 2 ਵਕਤ ਦੀ ਮਿਲੇ। ਅਖੀਰ ਇੱਕ ਦਿਨ ਇੱਕ ਗਵਾਂਢਣ ਨੇ ਸੁਦਾਮੇ ਦੀ ਘਰਵਾਲੀ ਨੂੰ ਕਿਹਾ ਵੀ ਵੇਖ, ਤੇਰਾ ਪਤੀ ਸੁਦਾਮਾ, ਉਹਦਾ ਮਿੱਤਰ ਹੈ ਕ੍ਰਿਸ਼ਨ, ਉਹ ਰਾਜਾ ਹੈ ਦੁਆਰਕਾ ਦਾ, ਉਹਨਾਂ ਦੇ ਕੋਲ ਜਾਓ, ਤੁਹਾਡੀ ਸਹਾਇਤਾ ਮਦਦ ਜ਼ਰੂਰ ਕਰਨਗੇ।
ਸੁਸ਼ੀਲਾ ਨੇ ਸੁਦਾਮੇ ਨੂੰ ਕਿਹਾ ਵੀ ਤੁਹਾਡੇ ਮਿੱਤਰ ਨੇ ਬਚਪਨ ਦੇ ਕ੍ਰਿਸ਼ਨ ਜੀ, ਉਹਨਾਂ ਕੋਲ ਜਾਓ। ਸੁਦਾਮਾ ਪਹਿਲਾਂ ਤਾਂ ਮੰਨਿਆ ਨਾ, ਕਹਿੰਦਾ ਜਾ ਕੇ ਕੌਣ ਮੰਗੇ ਹੱਥ, ਕੌਣ ਅੱਡੇ। ਫਿਰ ਵੀ ਮੈਂ ਅੱਜ ਅੱਤ ਦਾ ਗਰੀਬ ਹਾਂ, ਉਹ ਅੱਤ ਦੇ ਅਮੀਰ ਨੇ, ਮਹਾਰਾਜੇ ਨੇ। ਅਮੀਰ ਜਿਹੜੇ ਨੇ ਫਿਰ ਗਰੀਬਾਂ ਨੂੰ ਕਿੱਥੇ ਪਛਾਣਦੇ ਹੈ। ਜਦੋਂ ਵਾਰ-ਵਾਰ ਸੁਸ਼ੀਲਾ ਨੇ ਕਿਹਾ, ਕਹਿਣ 'ਤੇ ਤੁਰ ਪਏ ਅਤੇ ਭੇਟਾ ਦੇਣ ਵਾਸਤੇ ਘਰੇ ਕੁਝ ਚੌਲ ਸੀ, ਉਹ ਚੌਲ ਦੇ ਦਿੱਤੇ ਵੀ ਆ ਕ੍ਰਿਸ਼ਨ ਜੀ ਦੀ ਭੇਟ ਕਰਿਓ। ਚੱਲਦੇ ਚੱਲਦੇ ਸੁਦਾਮਾ ਜੀ ਦੁਆਰਕਾ ਨਗਰੀ ਪੁੱਜੇ ਔਰ ਵੇਖਦੇ ਨੇ ਬੜੀ ਸੋਹਣੀ ਨਗਰੀ ਹੈ। ਨਗਰੀ ਨੂੰ ਵੇਖ ਕੇ ਹੀ ਮਨ ਨੂੰ ਸ਼ਾਂਤੀ ਆਉਂਦੀ ਹੈ। ਜਿੱਥੇ ਕ੍ਰਿਸ਼ਨ ਜੀ ਦੇ ਮਹਿਲ ਸੀ, ਉਸ ਮਹਿਲਾਂ ਦੇ ਸਿੰਘ ਪੌਰ 'ਤੇ ਦਰਵਾਜ਼ੇ ਅੱਗੇ ਪਹੁੰਚ ਗਏ। ਜਿਹੜਾ ਪਹਿਰੇਦਾਰ ਸੀ ਉਸ ਨੂੰ ਕਿਹਾ ਵੀ ਮੈਂ ਆਪਣੇ ਮਿੱਤਰ ਕ੍ਰਿਸ਼ਨ ਜੀ ਨੂੰ ਮਿਲਣਾ ਹੈ। ਜਦੋਂ ਉਹਨੇ ਕਿਹਾ ਵੀ ਮਿੱਤਰ ਕ੍ਰਿਸ਼ਨ ਜੀ, ਅਤੇ ਸੁਦਾਮੇ ਦੀ ਹਾਲਤ ਵੇਖੀ ਵੀ ਇਹ ਕਿੱਦਾਂ ਪਾਟੇ ਪੁਰਾਣੇ ਕੱਪੜਿਆਂ ਵਿੱਚ ਕ੍ਰਿਸ਼ਨ ਦਾ ਮਿੱਤਰ। ਦੁਆਰਪਾਲ ਨੇ ਜਾ ਕੇ ਕ੍ਰਿਸ਼ਨ ਜੀ ਨੂੰ ਦੱਸਿਆ ਵੀ ਇੱਕ ਸੁਦਾਮਾ ਨਾਂ ਦਾ ਬ੍ਰਾਹਮਣ ਆਇਆ ਹੈ, ਕਹਿੰਦਾ ਮੈਂ ਆਪਣੇ ਮਿੱਤਰ ਜੀ ਨੂੰ ਮਿਲਣਾ ਹੈ। ਤਾਂ ਸਿੰਘਾਸਨ ਨੂੰ ਛੱਡ ਕੇ ਉਸੇ ਵੇਲੇ ਸ਼੍ਰੀ ਕ੍ਰਿਸ਼ਨ ਜੀ ਨੰਗੇ ਪੈਰੀਂ ਦੌੜੇ ਆਏ ਔਰ ਆ ਕੇ ਸੁਦਾਮੇ ਨੂੰ ਨਮਸਕਾਰ ਕੀਤੀ। ਬ੍ਰਾਹਮਣ ਸੀ, ਇਕੱਠੇ ਵਿੱਦਿਆ ਪੜ੍ਹਦੇ ਰਹੇ ਸੀ। ਬੜੇ ਸਤਿਕਾਰ ਦੇ ਨਾਲ ਸੁਦਾਮੇ ਨੂੰ ਅੰਦਰ ਲੈ ਗਏ। ਭਾਈ ਗੁਰਦਾਸ ਜੀ ਨੇ ਵੀ ਸ਼ਬਦ ਲਿਖੇ ਨੇ, ਛੱਡ ਸਿੰਘਾਸਣ ਹਰ ਜੀ ਆਏ। ਜਦੋਂ ਸੁਣਿਆ ਵੀ ਸੁਦਾਮਾ ਆਇਆ ਨਾ ਮੇਰੇ ਦਰ 'ਤੇ, ਸਿੰਘਾਸਨ ਛੱਡ ਕੇ ਦੌੜਦੇ ਹੋਏ ਆਏ ਅਤੇ ਨਵੀਂ ਪੁਸ਼ਾਕ ਦਿੱਤੀ, ਇਸ਼ਨਾਨ ਕਰਾਇਆ, ਹਾਲ ਚਾਲ ਸੁੱਖ ਸਾਂਦ ਪੁੱਛੀ। ਸੁਦਾਮੇ ਨੇ ਦੱਸਿਆ ਵੀ ਕਿਵੇਂ ਅੱਜ ਅੱਤ ਦੀ ਗਰੀਬੀ ਦੇ ਵਿੱਚ ਮੈਂ ਆਪਣਾ ਜ਼ਿੰਦਗੀ ਦਾ ਸਮਾਂ ਬਤੀਤ ਕਰਦਾ ਹਾਂ। ਆਪਣੇ ਬਰਾਬਰ ਸਿੰਘਾਸਨ 'ਤੇ ਕ੍ਰਿਸ਼ਨ ਜੀ ਨੇ ਬਿਠਾਇਆ। ਪਤਾ ਤਾਂ ਲੱਗ ਗਿਆ ਸਾਰਾ ਕੁਝ। ਫਿਰ ਪੁੱਛਿਆ ਵੀ ਦੱਸ ਭੇਟਾ ਕੀ ਲਿਆਇਆ, ਕੀ ਭੇਜਿਆ ਹੈ। ਤਾਂ ਕੋਲ ਰੁਕਮਣੀ ਸੀ, ਕ੍ਰਿਸ਼ਨ ਦੀ ਧਰਮ ਪਤਨੀ। ਸੰਗਦਿਆਂ ਹੋਇਆਂ ਦੱਸਿਆ ਨਾ, ਅਤੇ ਕ੍ਰਿਸ਼ਨ ਜੀ ਨੇ ਜਿਹੜੀ ਪੋਟਲੀ ਸੀ ਕੱਛ ਵਿੱਚ ਉਹ ਖਿੱਚ ਲਈ। ਉਹ ਲੀਰ ਦੇ ਵਿੱਚ ਹੀ ਚੌਲ ਬੰਨ੍ਹੇ ਹੋਏ ਸਨ। ਉਹ ਕ੍ਰਿਸ਼ਨ ਜੀ ਨਾਲੇ ਤਾਂ ਫੱਕਾ ਮਾਰੀ ਜਾਣ, ਖਾਈ ਜਾਣ, ਨਾਲੇ ਵਰ ਦਈ ਜਾਣ, ਬਖਸ਼ਿਸ਼ਾਂ ਕਰੀ ਜਾਣ। ਅਖੀਰ ਕੁਝ ਮਹੀਨੇ ਆਪਣੇ ਕੋਲ ਹੀ ਸੁਦਾਮੇ ਨੂੰ ਰੱਖਿਆ ਅਤੇ ਤੋਰਨ ਵੇਲੇ ਤੋਰ ਦਿੱਤਾ। ਕੋਈ ਬਹੁਤੇ ਵਧੀਆ ਵਸਤਰ ਨਾ, ਜਿਹੜੇ ਮਹਿੰਗੇ ਵਸਤਰ ਸੀ ਉਹ ਰੱਖ ਲਏ ਵੀ ਉਹਨੂੰ ਕੋਈ ਰਾਹ 'ਚ ਹੀ ਨਾ ਲੁੱਟ ਲਏ ਜਾਂਦਿਆਂ ਨੂੰ। ਤੁਰਿਆ ਜਾਂਦਾ ਨੂੰ ਸੁਦਾਮਾ ਸੋਚਦਾ ਵੀ ਆਇਆ ਸੀ ਗਰੀਬੀ ਦੂਰ ਕਰਨ, ਦਿੱਤਾ ਤਾਂ ਕੁਝ ਹੈ ਨਹੀਂ। ਚੱਲਦਾ ਚੱਲਦਾ ਜਦੋਂ 2-3 ਦਿਨ ਦੇ ਵਿੱਚ ਆਪਣੇ ਨਗਰ ਪੁੱਜਾ, ਕੀ ਵੇਖਦਾ ਹੈ, ਜਿੱਥੇ ਇਹਦੀ ਕੁੱਲੀ ਸੀ ਮਹਿਲ ਬਣੇ ਪਏ ਹੈ, ਬਾਗ ਲੱਗੇ ਨੇ, ਰੰਗ ਭਾਗ ਲੱਗੇ ਨੇ। ਇਹਦਾ ਪੁੱਤਰ ਮਿਲਿਆ, ਪਿਤਾ ਨੂੰ ਨਮਸਕਾਰ ਕੀਤੀ। ਕਹਿੰਦਾ ਪਿਤਾ ਜੀ ਭੁਲੇਖਾ ਨਾ ਖਾਓ, ਇਹ ਆਪਣਾ ਹੀ ਮਹਿਲ ਹੈ। ਪੁੱਛਣ 'ਤੇ ਦੱਸਿਆ ਇਹ ਕਿਵੇਂ। ਕਿਹਾ ਵੀ ਕ੍ਰਿਸ਼ਨ ਜੀ ਨੇ ਆਪਣੇ ਬਹੁਤ ਸਾਰੇ ਰਾਜ ਮਿਸਤਰੀ ਬੰਦੇ, ਸੇਵਾਦਾਰ ਭੇਜੇ ਸੀ, ਬਸ ਕੁਝ ਦਿਨਾਂ ਦੇ ਵਿੱਚ ਹੀ ਉਹ ਮਹਿਲ ਉਸਾਰ ਗਏ, ਸਭ ਕੁਝ ਬਣਾ ਗਏ। ਸੁਦਾਮਾ ਤਾਂ ਉੱਥੇ ਸੀ ਦੁਆਰਕਾ ਦੇ ਵਿੱਚ, ਅਤੇ ਕ੍ਰਿਸ਼ਨ ਜੀ ਨੇ ਇੱਧਰੋਂ ਬਹੁਤ ਸਾਰਾ ਸਾਜੋ ਸਮਾਨ ਰਾਜ ਮਿਸਤਰੀ ਭੇਜ ਕੇ ਅਤੇ ਸੁਦਾਮੇ ਦਾ ਘਰ ਬਣਾ ਦਿੱਤਾ। ਸੋ ਉਹਦਾ ਜ਼ਿਕਰ ਕਰਦੇ ਹੈ, ਸੁਦਾਮਾ ਅਪਦਾ ਤੇ ਰਾਖਿਆ। ਸੱਚੇ ਪਾਤਸ਼ਾਹ ਆਪ ਜੀ ਨੇ ਹੀ ਸੁਦਾਮੇ ਨੂੰ ਅਪਦਾ ਤੋਂ ਰੱਖ ਲਿਆ, ਵਿਪਤਾ ਤੋਂ ਬਚਾ ਕੇ ਰੱਖਿਆ। ਗਨਕਾ ਪੜ੍ਹਤ ਪੂਰੇ ਤਿਹ ਕਾਜ, ਅਤੇ ਗਨਕਾ ਵੇਸ਼ਵਾ ਉਹ ਜਿੱਥੇ ਤੋਤੇ ਨੂੰ ਰਾਮ ਨਾਮ ਪੜ੍ਹਾਉਂਦੀ ਸੀ, ਆਪ ਵੀ ਰਾਮ ਪਰਮੇਸ਼ਰ ਦਾ ਨਾਮ ਜਪਦੀ। ਉਹਦੇ ਵੀ ਜੀਵਨ ਦੇ ਕਾਰਜ ਪੂਰੇ ਹੋ ਗਏ, ਮੁਕਤੀ ਰੂਪੀ ਕਾਰਜ ਪੂਰਾ ਹੋ ਗਿਆ, ਉਹ ਤਰ ਗਈ ਸੰਸਾਰ ਤੋਂ। ਭਾਈ ਗੁਰਦਾਸ ਜੀ ਨੇ ਇਸ ਕਥਾ ਦਾ ਜ਼ਿਕਰ ਕੀਤਾ ਹੈ। ਗਨਕਾ ਪਾਪਣ ਹੋਏ ਕੈ, ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਆਚਾਣ ਚੱਕ, ਗਨਕਾ ਵਾੜੇ ਆਏ ਖਲੋਤਾ। ਦੁਰਮਤ ਦੇਖ ਦਇਆਲ ਹੋਏ, ਹੱਥੋਂ ਉਸਨੂੰ ਦਿੱਤੋਨ ਤੋਤਾ। ਰਾਮ ਨਾਮ ਉਪਦੇਸ਼ ਕਰ, ਖੇਲ ਗਿਆ ਦੇ ਵਣਜ ਸੋਤਾ। ਲਿਵ ਲਾਗੀ ਤਿਸ ਤੋਤਿਆਹੋਂ, ਨਿਤ ਪੜ੍ਹਾਏ ਕਰੈ ਅਸੋਤਾ। ਉਸ ਤੋਤੇ ਤੋਂ ਲਿਵ ਲੱਗ ਗਈ। ਮਹਾਂਪੁਰਖ ਅਚਾਣ ਚੱਕ ਹੀ ਇਹਦੇ ਦੁਆਰੇ 'ਤੇ ਆ ਗਏ। ਅਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਮਹਾਂਪੁਰਖਾਂ ਦਾ ਸੁਭਾਅ ਹੁੰਦਾ, ਰੱਬ ਦੇ ਪਿਆਰਿਆਂ ਦਾ, ਵੀ ਦੁਰਮਤ ਵੇਖ ਕੇ ਉਹ ਦਿਆਲੂ ਹੋ ਜਾਂਦੇ ਹੈ ਵੀ ਇਹ ਬੰਦਾ ਆਪਣੀ ਜ਼ਿੰਦਗੀ ਬਰਬਾਦ ਕਰਦਾ ਪਿਆ, ਇਹਨੂੰ ਕਿਸ ਤਰ੍ਹਾਂ ਇਸ ਚਿੱਕੜ ਵਿੱਚੋਂ ਕੱਢੀਏ।
ਰੱਬ ਦੇ ਪ੍ਰਮਾਤਮਾ ਦੇ ਨਾਮ ਜਪਣ ਵਾਲੇ ਪਾਸੇ ਲਾਈਏ। ਤਾਂ ਮਹਾਂਪੁਰਖਾਂ ਨੇ ਕੀ ਕੀਤਾ ਵੀ ਇਹ ਜਿਹੜੀ ਗਨਕਾ ਸੀ, ਜਦੋਂ ਮਹਾਂਪੁਰਖਾਂ ਦੇ ਦੀਦਾਰ ਕੀਤੇ ਦੇ ਮਨ ਨੂੰ ਸ਼ਾਂਤੀ ਆਈ। ਵਰਖਾ ਦਾ ਮੌਸਮ ਸੀ, ਕਿਉਂਕਿ ਮਧੂਕੜੀ ਮੰਗਣ ਵਾਸਤੇ ਤੁਰੇ ਸਨ। ਅਤੇ ਜਦੋਂ ਮੀਂਹ ਪਿਆ, ਗਨਕਾ ਨੇ ਕਿਹਾ ਤੁਸੀਂ ਇੱਥੇ ਠਹਿਰੋ। ਜਦੋਂ ਸਵੇਰੇ ਨਿਤਨੇਮ ਕੀਤਾ, ਬਾਣੀ ਪੜ੍ਹੀ, ਵਾਹਿਗੁਰੂ ਜੀ ਦੀ ਸਿਫਤ ਦੀ ਬਾਣੀ, ਔਰ ਫਿਰ ਜਦੋਂ ਤੁਰਨ ਲੱਗੇ ਤਾਂ ਸ਼ਬਦ ਕਹੇ ਧੀਏ। ਅੱਜ ਪਹਿਲੀ ਵਾਰ ਸੀ ਕਿਸੇ ਨੇ ਧੀਏ ਸ਼ਬਦ ਵਰਤੇ। ਚਰਨਾਂ 'ਤੇ ਡਿੱਗ ਪਈ, ਉਪਦੇਸ਼ ਦੇਵੋ। ਤਾਂ ਫਿਰ ਦਿਆਲੂ ਹੋ ਕਰਕੇ ਇੱਕ ਤੋਤਾ ਸੀ, ਉਹ ਮਹਾਂਪੁਰਖਾਂ ਦੇ ਕੋਲ ਕਿਹਾ ਵੀ ਲੈ ਇਸ ਨੂੰ ਨਾਲੇ ਚੂਰੀ ਖਵਾਇਆ ਕਰੀ, ਨਾਲੇ ਇਸ ਨੂੰ ਆਪ ਵੀ ਰਾਮ ਰਾਮ ਕਹੀਂ ਅਤੇ ਇਹਦੇ ਪਾਸੋਂ ਵੀ ਕਹਾਵੀਂ। ਲਿਵ ਲਾਗੀ ਤਿਸ ਤੋਤੇ ਹੋਂ ਨਿਤ ਪੜ੍ਹਾਏ ਕਰੇ ਅਸੋਤਾ। ਭਾਈ ਗੁਰਦਾਸ ਜੀ ਕਹਿੰਦੇ ਬਸ ਉਸ ਤੋਤੇ ਨੂੰ ਚੂਰੀ ਖਵਾਉਂਦਿਆਂ, ਰਾਮ ਰਾਮ ਕਹਿੰਦਿਆਂ ਹੋਇਆਂ ਅਤੇ ਕਹਾਉਂਦਿਆਂ ਉਹ ਜਿਹੜੀ ਗਨਕਾ ਵੇਸ਼ਵਾ ਸੀ ਉਹਦੀ ਲਿਵ ਲੱਗ ਗਈ ਵਾਹਿਗੁਰੂ ਦੇ ਚਰਨਾਂ ਵਿੱਚ, ਪਰਮੇਸ਼ਰ ਦੇ ਚਰਨਾਂ ਵਿੱਚ। ਔਰ ਫਿਰ ਉਸ ਨੇ ਕੁਕਰਮ ਕਰਨੇ ਵੀ ਛੱਡ ਦਿੱਤੇ। ਜੀਵਨ ਦਾ ਆਚਰਣ ਉਹਦਾ ਉੱਚਾ ਬਣ ਗਿਆ। ਪਰਮਾਤਮਾ ਦਾ ਨਾਮ ਜਪਿਆ। ਗਈ ਬੈਕੁੰਠ ਬਿਬਾਨ ਚੜ੍ਹ ਨਰਕੈ ਵਿੱਚ ਨਾ ਖਾਧੁਸ ਗੋਤਾ। ਫਿਰ ਉਹਨੇ ਨਰਕਾਂ ਵਿੱਚ ਗੋਤਾ ਨਹੀਂ ਖਾਧਾ, ਬੈਕੁੰਠ ਵਿੱਚ ਚਲੀ ਗਈ ਬਿਬਾਨ 'ਤੇ ਚੜ੍ਹ ਕੇ। ਸੋ ਇਸ ਤਰ੍ਹਾਂ ਵਾਹਿਗੁਰੂ ਪਰਮਾਤਮਾ ਦਾ ਨਾਮ ਪਾਪੀਆਂ ਨੂੰ ਵੀ ਮੁਕਤ ਕਰ ਦੇਣ ਵਾਲਾ ਹੈ। ਥਾਉ ਨਿਥਾਵੇਂ ਮਾਣ ਮਨੋਤਾ। ਵਾਹਿਗੁਰੂ ਪਰਮਾਤਮਾ ਨੇ ਕਿਰਪਾ ਕੀਤੀ। ਗਨਕਾ ਪੜ੍ਹਤ ਪੂਰੇ ਤਿਹ ਕਾਜ। ਸੋ ਗਨਕਾ ਵਾਹਿਗੁਰੂ ਰਾਮ ਰਾਮ ਪੜ੍ਹਦਿਆਂ ਹੋਇਆਂ ਉਹਦੇ ਮੁਕਤੀ ਦੇ ਕਾਰਜ ਪੂਰੇ ਹੋ ਗਏ। ਸ੍ਰੀ ਸਤਿਗੁਰ ਸੋ ਪ੍ਰਸੰਨ ਕਾਰਜ ਹੋਈ ਰਾਖਹੁ ਦਾਸ ਭਟ ਕੀ ਲਾਜ। ਭੱਟ ਦਾਸ ਜੀ ਕਥਨ ਕਰਦੇ ਐ, ਹੇ ਸ਼੍ਰੋਮਣੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਕਲਯੁਗ ਵਿੱਚ ਆਪ ਜੀ ਜਿਹਦੇ 'ਤੇ ਪ੍ਰਸੰਨ ਹੋ ਜਾਂਦੇ ਹੋ ਉਹਦਾ ਜੀਵਨ ਸਫਲ ਹੋ ਜਾਂਦਾ। ਕਿਰਪਾ ਕਰੋ, ਮੈਂ ਦਾਸ ਭੱਟ ਦੀ ਆਪ ਲਾਜ ਰੱਖੋ, ਪਤ ਰੱਖੋ, ਮੇਰੇ 'ਤੇ ਮਿਹਰ ਕਰੋ, ਮੇਰੇ 'ਤੇ ਕਿਰਪਾ ਕਰੋ। ਸਤਿਗੁਰੂ ਜੀ ਪਵਿੱਤਰ ਬਾਣੀ ਜੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਅਗਾਂ ਵਾਸਤੇ ਸੁਮਤ ਬਖਸ਼ਣੀ ਜੀ। ਲਿਖੈ ਕਤਹਿ ਨ ਛੂਟੀਐ ਖਿਨ ਖਿਨ ਭੂਲਨ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸੋ ਦਾਮ ਅਪਦਾ ਤੇ ਰਾਖਿਆ ਗਨਕਾ ਪੜ੍ਹਤ ਪੂਰੇ ਤੇ ਕਾਜ। ਸ੍ਰੀ ਸਤਿਗੁਰ ਸੋ ਪ੍ਰਸੰਨ ਕਾਰਜ ਹੋਈ ਰਾਖਹੁ ਦਾਸ ਭਟ ਕੀ ਲਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।